ਵਾਹਿਗੁਰੂ ਵਾਹਿਗੁਰੂ। ਜਨਮਾਂ ਤਾਂ ਮਰਨ, ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ। ਊਚੰ ਤਾਂ ਨੀਚੰ, ਨਾਨਾ ਸੋ ਮੂਚੰ। ਰਾਜੰ ਤਾਂ ਮਾਨੰ, ਅਭਿਮਾਨੰ ਤਾਂ ਹੀਨੰ। ਪ੍ਰਵਿਰਤ ਮਾਰਗੰ ਵਰਤੰਤ ਬਨਾਸਨੰ, ਗੋਵਿੰਦ ਭਜਨੰ। ਸਾਧ ਸੰਗੇਣ ਅਸਥਿਰੰ, ਨਾਨਕ ਭਗਵੰਤ ਭਜਨਾਸਨੰ। ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਦੁਨੀਆ ਦੇ ਵਿੱਚ, ਦੁਨੀਆ ਦੇ ਰਸਤੇ, ਸੰਸਾਰ ਦੇ ਰਸਤੇ ਵਿੱਚ ਚੱਲਦੇ ਹੋਏ ਜੋ ਕੁਝ ਵੀ ਸਾਨੂੰ ਮਿਲ ਰਿਹਾ ਹੈ, ਇਹ ਸਭ ਨਾਸਵਾਨ ਹੈ। ਦੁਨੀਆ ਦੇ ਰਸਤੇ ਵਿੱਚ ਹਰ ਚੀਜ਼ ਬਦਲਣ ਵਾਲੀ ਹੈ, ਨਾਸਵਾਨ ਹੈ, ਝੂਠ ਹੈ। ਸੰਸਾਰ ਦੇ ਰਸਤੇ ਵਿੱਚ, ਜਗਤ ਦੇ ਰਸਤੇ ਵਿੱਚ ਜੋ ਕੁਝ ਵੀ ਸਾਨੂੰ ਮਿਲਿਆ, ਜਨਮ ਮਿਲਿਆ, ਬਦਲ ਜਾਏਗਾ। ਜਨਮ ਤਾਂ ਮਰਨ, ਜੇ ਜਨਮ ਹੈ, ਹੁਣ ਆਪਾਂ ਜੰਮੇ ਹੋਏ, ਜਨਮ ਲਿਆ, ਜੰਮੇ ਨਹੀਂ ਰਹਾਂਗੇ। ਇੱਕ ਦਿਨ ਮੌਤ ਜ਼ਰੂਰ ਆਏਗੀ, ਮਰਨਾ ਪੈਣਾ। ਜਨਮ ਤਾਂ ਮਰਨ, ਜੇ ਜਨਮ ਹੈ ਤਾਂ ਮਰਨ ਹੈ, ਤਾਂ ਮੌਤ ਵੀ ਹੈ, ਨਾਲੇ ਹੈ। ਜਨਮ ਤਾਂ ਮਰਨ। ਆਪਾਂ ਜਨਮ ਦਿਨ ਦੀ ਖੁਸ਼ੀ ਮਨਾਉਂਦੇ ਹਾਂ, ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫਰਮਾਨ ਹੈ, ਜਨਮੈ ਤੇ ਵਾਜੇ ਵਾਦ ਆਏ, ਸੋਹਲੜੇ ਅਗਿਆਨੀ ਗਾਏ। ਜੋ ਜਨਮੈ ਤਿਸ ਸਰ ਪਰ ਮਰਣਾ, ਕਿਰਤ ਪਿਆ ਸਿਰ ਸਾਹਾਏ। ਜਨਮੈ ਤੇ ਵਾਜੇ ਵਾਦ ਆਏ। ਜਨਮ ਦਿਨ ਦੀ ਹਰ ਮਨੁੱਖ ਖੁਸ਼ੀ ਮਨਾਉਂਦਾ, ਪਰ ਸਤਿਗੁਰੂ ਜੀ ਕਹਿੰਦੇ ਹਨ, ਪਰ ਇਸ ਗੱਲ ਨੂੰ ਨਹੀਂ ਸਮਝਦਾ ਇਹ ਜਨਮ ਮਿਲਿਆ ਕਾਹਦੇ ਵਾਸਤੇ ਹੈ। ਜਨਮ ਦਿਨ ਦੀ ਖੁਸ਼ੀ ਤਾਂ ਮਨਾ ਰਿਹਾ, ਮਨਾਉਣੀ ਚਾਹੀਦੀ ਵੀ ਹੈ, ਮਨਾਉਣੀ ਚਾਹੀਦੀ ਵੀ ਹੈ, ਕਿਉਂਕਿ ਮਨੁੱਖਾ ਜਨਮ ਬੜੇ ਭਾਗਾਂ ਨਾਲ ਮਿਲਿਆ ਹੈ, ਬਹੁਤ ਭਾਗਾਂ ਨਾਲ ਮਿਲਿਆ ਹੈ, ਕਿਸੇ ਮਨੋਰਥ ਵਾਸਤੇ ਮਿਲਿਆ ਹੈ। ਆਪਾਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਹੁਤ ਔਖਾ ਮਿਲਿਆ, ਖੁਸ਼ੀ ਮਨਾਉਣੀ ਚਾਹੀਦੀ ਹੈ, ਜਨਮ ਦਿਨ ਮਨਾਉਣਾ ਚਾਹੀਦਾ ਹੈ। ਪਰ ਜਨਮ ਦਿਨ ਤਾਂ ਆਪਾਂ ਮਨਾ ਰਹੇ ਹਾਂ, ਪਰ ਇਸ ਗੱਲ ਨੂੰ ਨਹੀਂ ਆਪਾਂ ਸਮਝ ਰਹੇ ਇਹ ਜਨਮ ਮਿਲਿਆ ਕਾਹਦੇ ਵਾਸਤੇ ਹੈ। ਜਨਮ ਦਿਨ ਮਨਾ ਰਹੇ ਹਾਂ ਅਗਿਆਨਤਾ ਦੇ ਵਸ ਹੋ ਕੇ। ਜਨਮੇ ਤੇ ਵਾਜੇ ਵਾਦ ਆਏ, ਜਨਮ ਦਿਨ ਦੀ ਖੁਸ਼ੀ ਮਨਾਈ ਜਾਂਦੀ ਹੈ, ਜੰਮੇ ਤੇ ਖੁਸ਼ੀ ਮਨਾਈ ਜਾਂਦੀ। ਸੋਹਲੜੇ ਅਗਿਆਨੀ ਗਾਏ, ਅਗਿਆਨੀ ਬੇਸਮਝ, ਗਿਆਨ ਤੋਂ ਸੱਖਣੇ ਮਨੁੱਖ ਖੁਸ਼ੀ ਦੇ ਗੀਤ ਗਾਉਂਦੇ ਹਨ, ਜੰਮਣ ਦੀ ਖੁਸ਼ੀ ਮਨਾਉਂਦੇ ਹਨ, ਪਰ ਇਸ ਗੱਲ ਨੂੰ ਨਹੀਂ ਸਮਝਦੇ ਕਿ ਇਹ ਜਨਮ ਦੇ ਨਾਲ ਮੌਤ ਵੀ ਹੈ, ਮਰਨਾ ਵੀ ਹੈ। ਇਹ ਜਨਮ ਸਾਨੂੰ ਕਿਸੇ ਮਨੋਰਥ ਵਾਸਤੇ ਮਿਲਿਆ, ਇਸ ਗੱਲ ਨੂੰ ਨਹੀਂ ਸਮਝਦੇ। ਜਨਮੇ ਤੇ ਵਾਜੇ ਵਾਦ ਆਏ, ਸੋਹਲੜੇ ਅਗਿਆਨੀ ਗਾਏ। ਜੋ ਜਨਮੈ ਤਿਸ ਸਰ ਪਰ ਮਰਣਾ, ਕਿਰਤ ਪਿਆ ਸਿਰ ਸਾਹਾਏ। ਪਰ ਇਸ ਗੱਲ ਨੂੰ ਨਹੀਂ ਸਮਝਦੀ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਗੁਰੂ ਅਰਜਨ ਦੇਵ ਮਹਾਰਾਜ। ਜਨਮ ਤਾਂ ਮਰਨ, ਜੇ ਜਨਮ ਹੈ ਭਾਈ ਨਾਲ ਮਰਨ ਵੀ ਹੈ, ਨਾਲ ਮੌਤ ਵੀ ਹੈ। ਜੇ ਜੰਮੇ ਆ ਤਾਂ ਮਰਨਾ ਵੀ ਹੈ। ਹਰ ਖੰ ਤਾਂ ਸੋਗ, ਜਿੱਥੇ ਖੁਸ਼ੀ ਹੈ ਉੱਥੇ ਗਮੀ ਵੀ ਹੈ। ਹਰ ਮਨੁੱਖ ਜੋ ਡਰਦਾ ਨਾ ਤਾਂ ਉਹ ਬਿਮਾਰੀ ਤੋਂ ਡਰਦਾ ਹੈ, ਨਾ ਐਕਸੀਡੈਂਟ ਤੋਂ ਡਰਦਾ, ਕਿਸੇ ਚੀਜ਼ ਤੋਂ ਨਹੀਂ ਡਰਦਾ ਹੈ। ਡਰਦਾ ਤਾਂ ਮੌਤ ਤੋਂ ਹੈ, ਡਰਦਾ ਮੌਤ ਤੋਂ ਹੀ ਹੈ, ਬਿਮਾਰੀ ਤੋਂ ਨਹੀਂ ਡਰਦਾ ਹੈ। ਜਦੋਂ ਉਸ ਨੂੰ ਪਤਾ ਚੱਲ ਜਾਂਦਾ ਹੈ ਕਿ ਮੈਂ ਮਰਦਾ ਨਹੀਂ ਹੈ, ਉਹ ਬੜੀ ਤੇ ਬੜੀ ਖਤਰਨਾਕ ਬਿਮਾਰੀ ਤੋਂ ਨਹੀਂ ਡਰਦਾ, ਬੇਪਰਵਾਹ ਹੋਇਆ ਰਹਿੰਦਾ ਹੈ ਕਿ ਮੈਂ ਮਰਦਾ ਨਹੀਂ ਹਾਂ। ਡਰ ਮੌਤ ਦਾ ਹੀ ਹੈ। ਪਰ ਸਤਿਗੁਰੂ ਜੀ ਕਹਿੰਦੇ ਹਨ ਜੇ ਤੂੰ ਜੰਮਿਆ ਤਾਂ ਮਰੇਗਾ ਵੀ। ਜਨਮ ਤਾਂ ਮਰਨ ਹਰ ਖੰ ਤੋਂ ਸੋਗੰ, ਜਿੱਥੇ ਖੁਸ਼ੀ ਹੈ ਉੱਥੇ ਗਮੀ ਵੀ ਹੈ, ਉੱਥੇ ਸੋਗ ਵੀ ਹੈ। ਜੇ ਜੰਮੇ ਨਹੀਂ ਰਹਾਂਗੇ ਮਰਾਂਗੇ, ਜੇ ਮਰੇ ਆ ਤਾਂ ਮਰੇ ਨਹੀਂ ਰਹਾਂਗੇ ਫਿਰ ਜੰਮਾਂਗੇ। ਇਹ ਸਿਲਸਿਲਾ ਪਤਾ ਨਹੀਂ ਕਦੋਂ ਦਾ ਚੱਲਦਾ ਆ ਰਿਹਾ। ਜੰਮ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ। ਪਤਾ ਨਹੀਂ ਕਦੋਂ ਦੇ ਆਪਾਂ ਜੰਮਦੇ ਆ ਰਹੇ ਹਾਂ, ਮਰਦੇ ਆ ਰਹੇ ਹਾਂ, ਜੰਮਦੇ ਆ ਰਹੇ ਹਾਂ, ਮਰਦੇ ਆ ਰਹੇ ਹਾਂ, ਜੰਮੀ ਜਾ ਰਹੇ ਹਾਂ, ਮਰੀ ਜਾ ਰਹੇ। ਇਹ ਸਿਲਸਿਲਾ ਚੱਲਦਾ ਹੀ ਰਹੇਗਾ, ਮੁੱਕਣ ਵਾਲਾ ਨਹੀਂ। ਕਦੋਂ ਤੱਕ ਚੱਲਦਾ ਰਹੇਗਾ? ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਸਾਡੀ ਆਤਮਾ ਆਪਣੇ ਅਸਲੇ ਨਾਲ ਮਿਲਦੀ ਨਹੀਂ ਹੈ, ਆਪਣੇ ਅਸਲੇ ਨੂੰ ਨਹੀਂ ਪਛਾਣਦੀ। ਜਿੰਨਾ ਚਿਰ ਇਹ ਆਤਮਾ ਪਰਮਾਤਮਾ ਵਿੱਚ ਲੀਨ ਨਹੀਂ ਹੁੰਦੀ, ਕਿਉਂਕਿ ਮਨੁੱਖਾ ਜਨਮ ਮਿਲਿਆ ਹੀ ਸਾਨੂੰ ਉਹਦੇ ਵਿੱਚ ਲੀਨ ਹੋਣ ਵਾਸਤੇ। ਇਸ ਗੱਲ ਨੂੰ ਸਮਝਣਾ, ਜਨਮ ਲੈ ਕੇ ਇਸ ਗੱਲ ਨੂੰ ਸਮਝਣਾ ਕਿ ਜੋ ਮਨੁੱਖਾ ਜਨਮ ਮਿਲਿਆ ਹੈ, ਇਹ ਮਿਲਿਆ ਸਾਨੂੰ ਕਾਹਦੇ ਵਾਸਤੇ ਹੈ? ਉਸ ਪ੍ਰਭੂ ਦੇ ਵਿੱਚ ਲੀਨ ਹੋਣ ਵਾਸਤੇ ਮਿਲਿਆ, ਉਹਦੇ ਵਿੱਚ ਲੀਨ ਹੋਣਾ। ਇਹ ਉਨਾ ਚਿਰ ਇਹ ਸਿਲਸਿਲਾ ਚੱਲਦਾ ਰਹੇਗਾ। ਜੰਮੀ ਜਾਵਾਂਗੇ, ਮਰੀ ਜਾਵਾਂਗੇ, ਜੰਮੀ ਜਾਵਾਂਗੇ, ਮਰੀ ਜਾਵਾਂਗੇ। ਕਦੇ ਦੁੱਖ ਆ ਗਿਆ, ਕਦੇ ਸੁੱਖ ਆ ਗਿਆ, ਕਦੇ ਖੁਸ਼ੀ ਮਿਲ ਗਈ, ਕਦੇ ਗਮੀ ਮਿਲ ਗਈ। ਖੁਸ਼ੀਆਂ ਨਾਲ, ਗਮੀਆਂ ਨਾਲ, ਦੁੱਖਾਂ ਨਾਲ, ਬਿਮਾਰੀਆਂ ਨਾਲ, ਕਰੋਨਿਆਂ ਨਾਲ ਸਾਡਾ ਵਾਹ ਪੈਂਦਾ ਹੀ ਰਹੇਗਾ। ਸਭ ਕੁਝ ਬਦਲਦਾ ਰਹੇਗਾ, ਹਰ ਚੀਜ਼ ਬਦਲਣ ਵਾਲੀ ਆ। ਹਰ ਖੰ ਤਾਂ ਸੋਗੰ, ਜਿੱਥੇ ਖੁਸ਼ੀ ਹੈ ਉੱਥੇ ਗਮੀ ਵੀ ਜ਼ਰੂਰ ਹੈ। ਜਿੱਥੇ ਗਮੀ ਹੈ ਉਹ ਸਦਾ ਗਮੀ ਨਹੀਂ ਰਹਿੰਦੀ, ਉੱਥੇ ਫਿਰ ਖੁਸ਼ੀ ਆ ਜਾਂਦੀ। ਖੁਸ਼ੀ ਤੋਂ ਬਾਅਦ ਫਿਰ ਗਮੀ ਹੈ, ਫਿਰ ਖੁਸ਼ੀ ਹੈ, ਫਿਰ ਗਮੀ ਹੈ। ਇਹ ਚੱਲਦਾ ਰਹੇਗਾ ਸਿਲਸਿਲਾ। ਪਰ ਇੱਕ ਐਸੀ ਅਵਸਥਾ ਆਉਂਦੀ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਨਾਲ ਜੁੜ ਕੇ, ਗੁਰੂ ਦੀ ਬਾਣੀ ਨਾਲ ਜੁੜ ਕੇ, ਸਤ ਸੰਗਤ ਵਿੱਚ ਮਿਲ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ। ਉੱਥੇ ਆਤਮਿਕ ਅਡੋਲਤਾ ਦੇ ਵਿੱਚ ਮਨੁੱਖ ਲੀਨ ਹੋ ਜਾਂਦਾ ਹੈ। ਉਹ ਇੱਕ ਐਸੀ ਅਵਸਥਾ ਹੈ, ਉਹ ਬਦਲਦੀ ਨਹੀਂ ਹੈ। ਉਹ ਅਵਸਥਾ ਬਦਲਦੀ ਨਹੀਂ ਹੈ। ਉਹ ਅਵਸਥਾ ਪ੍ਰਾਪਤ ਕਰਨ ਵਾਸਤੇ ਸਾਨੂੰ ਇਹ ਮਨੁੱਖਾ ਜਨਮ ਮਿਲਿਆ। ਉਹ ਅਵਸਥਾ ਪ੍ਰਾਪਤ ਕਰਕੇ ਉੱਥੇ ਕੋਈ ਖੁਸ਼ੀ ਨਹੀਂ ਹੈ, ਉੱਥੇ ਕੋਈ ਗਮੀ ਨਹੀਂ ਹੈ, ਉੱਥੇ ਜੰਮਣ ਮਰਨ ਵੀ ਨਹੀਂ ਹੈ। ਉੱਥੇ ਆਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੀ ਹੈ। ਉਹ ਹੈ ਅਸਲ ਜੀਵਨ। ਉਹ ਅਸਲ ਜੀਵਨ ਪ੍ਰਾਪਤ ਕਰਨ ਵਾਸਤੇ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਪਰ ਮਨੁੱਖ ਇਹ ਸਰੀਰਕ ਸੁੱਖਾਂ ਨੂੰ ਹੀ ਅਸਲ ਸੁੱਖ ਸਮਝੀ ਬੈਠਾ ਹੈ, ਇਹ ਸਰੀਰਕ ਦੁੱਖਾਂ ਨੂੰ ਹੀ ਅਸਲ ਦੁੱਖ ਸਮਝੀ ਬੈਠਾ ਹੈ। ਇਹ ਸੁੱਖ ਵੀ ਝੂਠ ਹਨ, ਇਹ ਦੁੱਖ ਵੀ ਝੂਠ ਹਨ, ਇਹ ਜਨਮ ਵੀ ਝੂਠ ਹੈ, ਇਹ ਮਰਨ ਵੀ ਝੂਠ ਹੈ। ਇਸ ਕਰਕੇ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਊਚੰ ਤਾਂ ਨੀਚੰ ਨਾਨਾ ਸੋ ਮੂਚੰ। ਜੇ ਉੱਚਾਪਣ ਹੈ, ਜੇ ਉੱਚਾਪਣ ਤਾਂ ਨੀਵਾਂਪਣ ਵੀ ਹੈ।
ਜੇ ਅੱਜ ਕੋਈ ਮਨੁੱਖ ਦੀ ਸ਼ਾਨ ਉੱਚੀ ਹੈ, ਨੀਵੀਂ ਵੀ ਹੋਣ ਵਾਲੀ ਹੈ। ਨਾਨਾ ਸੋ ਮੂਚੰ, ਜਿੱਥੇ ਛੋਟਾਪਣ ਹੈ ਉੱਥੇ ਵਡੱਪਣ ਵੀ ਹੈ, ਜਿੱਥੇ ਵਡੱਪਣ ਹੈ ਉੱਥੇ ਨੀਵਾਂਪਣ ਵੀ ਆ ਜਾਂਦਾ ਹੈ, ਉੱਥੇ ਨੀਵਾਂਪਣ ਵੀ ਹੈ। ਇਸ ਕਰਕੇ ਸਤਿਗੁਰੂ ਜੀ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਛਿਨ ਮੈਂ ਰਾਉ ਰੰਕ ਕੋ ਕਰਈ, ਰਾਉ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ, ਯਹ ਤਾਕੋ ਵਿਵਹਾਰੇ। ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਛਿਨ ਵਿੱਚ ਹੀ ਇੱਕ ਗਰੀਬ ਨੂੰ, ਇੱਕ ਕੰਗਾਲ ਨੂੰ ਬਾਦਸ਼ਾਹ ਬਣਾ ਦਿੰਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਬਾਦਸ਼ਾਹ ਨੂੰ ਇੱਕ ਛਿਨ ਵਿੱਚ ਹੀ ਰੰਕ ਕੰਗਾਲ ਬਣਾ ਦੇਣ ਵਾਲਾ ਹੈ। ਐਸੀਆਂ ਸ਼ਕਤੀਆਂ ਦਾ ਮਾਲਕ ਹੈ। ਉਹਦੇ ਵਿੱਚ ਲੀਨ ਹੋ, ਉਹਦੇ ਵਿੱਚ ਲੀਨ ਹੋਣਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ, ਊਚੰ ਤਾਂ ਨੀਚੰ, ਜੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਤੈਨੂੰ ਉੱਚਾ ਦਰਜਾ ਮਿਲਿਆ, ਉੱਚਾਪਣ ਹੈ ਤਾਂ ਨੀਵਾਂਪਣ ਵੀ ਆਏਗਾ ਜ਼ਰੂਰ। ਜੇ ਅੱਜ ਛੋਟਾਪਣ ਹੈ ਤਾਂ ਵੱਡਪਣ ਵੀ ਮਿਲ ਸਕਦੀ ਹੈ, ਜੇ ਵੱਡਾਪਣ ਹੈ ਤਾਂ ਨੀਵਾਂਪਣ ਵੀ ਆ ਜਾਏਗਾ। ਇਹ ਬਦਲਦਾ, ਸਭ ਕੁਝ ਬਦਲਦਾ। ਜੇ ਤੂੰ ਚਾਹੁੰਦਾ ਨਾ ਬਦਲੇ ਤਾਂ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਆਪਣੀ ਆਤਮਾ ਨੂੰ ਸਿਮਰਨ ਦਾ ਭੋਜਨ ਦੇ। ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਆਪਣੀ ਆਤਮਾ ਨੂੰ ਗੁਰੂ ਦੇ ਸ਼ਬਦ ਨਾਲ ਜੋੜ। ਗੁਰੂ ਦੀ ਸੰਗਤ ਵਿੱਚ ਮਿਲ ਕੇ ਆਪਣੀ ਆਤਮਾ ਨੂੰ ਪ੍ਰਮਾਤਮਾ ਵਿੱਚ ਲੀਨ ਕਰ ਦੇ ਤਾਂ ਤੇਰੀ ਵੱਡਪਣ ਸਦਾ ਹੀ ਕਾਇਮ ਰਹਿਣ ਵਾਲੀ ਹੈ। ਇਸ ਕਰਕੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਕਹਿੰਦੇ ਊਚੰ ਤਾਂ ਨੀਚੰ, ਨਾਨਾ ਸੋ ਮੂਚੰ, ਰਾਜੰ ਤਾਂ ਮਾਨੰ। ਜੇ ਅੱਜ ਰਾਜ ਗੱਦੀ ਦੇ ਤਖਤ ਤੇ ਬੈਠਾ ਤਾਂ ਸਦਾ ਰਾਜਾ ਹੀ ਨਹੀਂ ਰਹੇਗਾ। ਜੇ ਰਾਜ ਹੈ ਤਾਂ ਇਹ ਹੋ ਨਹੀਂ ਸਕਦਾ ਕਿ ਉਹਦੇ ਅੰਦਰ ਹੰਕਾਰ ਨਾ ਆਵੇ। ਜਿੱਥੇ ਰਾਜ ਗੱਦੀ, ਜਿੱਥੇ ਰਾਜ ਹੈ, ਜਿੱਥੇ ਰਾਜ ਹੈ, ਰਾਜੰ ਤਾਂ ਮਾਨ, ਉੱਥੇ ਹੰਕਾਰ ਜ਼ਰੂਰ ਆਏਗਾ। ਜੇ ਕੋਈ ਰਾਜਾ ਬਣ ਜਾਵੇ, ਰਾਜਾ ਦਾ ਕੀ, ਜੇ ਸਾਨੂੰ ਇੱਕ ਛੋਟੀ ਜਿਹੀ ਕੋਈ ਕੁਰਸੀ ਮਿਲ ਜਾਵੇ, ਹੰਕਾਰ ਤਾਂ ਸਾਡੇ ਅੰਦਰ ਤਾਂ ਵੀ ਆ ਜਾਂਦਾ ਹੈ। ਛੋਟੀ ਜਿਹੀ ਗੱਲ ਦਾ ਹੀ ਹੰਕਾਰ ਆ ਜਾਂਦਾ ਹੈ। ਪਰ ਜੋ ਮਨੁੱਖ ਰਾਜਾ ਬਣ ਕੇ ਵੀ ਗੁਰੂ ਦੀ ਸੰਗਤ ਵਿੱਚ ਮਿਲਿਆ ਹੋਇਆ, ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ, ਕਿਉਂਕਿ ਗੁਰੂ ਸਾਹਿਬ ਨੇ ਤਾਂ ਰਾਜਾ ਉਸ ਨੂੰ ਕਿਹਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਕਉ ਹਰ ਸਮਾਨੀ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੀ, ਝੂਠੇ ਕਰਤ ਦਿਵਾਜਾ। ਗੁਰੂ ਦੇ ਸਿੱਖ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ, ਗੁਰੂ ਦੇ ਸ਼ਬਦ ਨਾਲ ਜੁੜ ਕੇ ਜਿਨ੍ਹਾਂ ਨੇ ਆਪਣੀ ਆਤਮਾ ਨੂੰ ਪ੍ਰਮਾਤਮਾ ਦੇ ਵਿੱਚ ਲੀਨ ਕਰ ਰੱਖਿਆ ਹੈ, ਆਤਮਿਕ ਅਡੋਲਤਾ ਪ੍ਰਾਪਤ ਕਰ ਲਈ ਹੈ। ਆਤਮਿਕ ਅਡੋਲਤਾ ਕੀ ਹੈ? ਆਤਮਿਕ ਅਡੋਲਤਾ, ਡੋਲਣਾ ਕੀ ਹੈ? ਆਪਾਂ ਡੋਲਣਾ ਬਸ ਇਸੇ ਗੱਲ ਨੂੰ ਸਮਝਦੇ ਹਾਂ, ਜੇ ਕੋਈ ਦੁੱਖ ਆ ਗਿਆ ਆਪਾਂ ਕਹਿ ਦਿੰਦੇ ਬੰਦਾ ਘਬਰਾ ਜਾਂਦਾ, ਕਹਿੰਦੇ ਡੋਲ ਗਿਆ। ਸੁੱਖ ਵਿੱਚ ਵੀ ਬੰਦਾ ਡੋਲਦਾ। ਦੁੱਖ ਵਿੱਚ ਡੋਲਣਾ ਅਤੇ ਸੁੱਖ ਵਿੱਚ ਡੋਲਣਾ ਕੀ ਹੈ? ਦੁੱਖ ਵਿੱਚ ਘਬਰਾ ਜਾਣਾ, ਜਿਵੇਂ ਹੁਣ ਆਪਾਂ ਘਬਰਾਏ ਹੋਏ ਹਾਂ ਕਰੋਨੇ ਦੀ ਬਿਮਾਰੀ ਤੋਂ। ਕਰੋਨੇ ਨੇ ਨਹੀਂ ਸਾਨੂੰ ਮਾਰਨਾ, ਮੌਤ ਤਾਂ ਪਹਿਲੇ ਹੀ ਲਿਖੀ ਹੋਈ ਹੈ ਰੱਬ ਨੇ। ਮੌਤ ਤਾਂ ਪਹਿਲੇ ਹੀ ਲਿਖੀ ਹੋਈ ਹੈ। ਮੌਤ ਤਾਂ ਸਾਡੇ ਸਿਰ ਉੱਤੇ ਹੈ। ਕਾਲ ਬਿਆਲ ਜਿਉ ਪਰਿਓ ਡੋਲੇ, ਮੁੱਖ ਪਸਾਰੇ ਮੀਤ। ਅੱਜ ਕੱਲ ਦੇ ਵਿੱਚ ਆਜ ਕਾਲ ਫੁਨਤ ਹੋਏ ਗਰਸ ਹੈ, ਸਮਝ ਰੱਖੋ ਚੀਤ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ, ਕਰੋਨਾ ਤਾਂ ਕਦੋਂ ਦਾ ਫਿਰ ਰਿਹਾ ਤੇਰੇ ਸਿਰ ਉੱਤੇ। ਮੌਤ ਤਾਂ ਕਦੋਂ ਦੀ ਘੁੰਮ ਰਹੀ ਹੈ ਤੇਰੇ ਸਿਰ ਉੱਤੇ। ਕਦੋਂ ਦੀ? ਜਦੋਂ ਦਾ ਤੂੰ ਜੰਮਿਆ, ਉਦੋਂ ਦਾ ਹੀ ਇਹ ਕਰੋਨਾ ਤੇਰੇ ਮਗਰ ਪਿਆ ਹੋਇਆ। ਇਹ ਆਉਣਾ ਹੀ ਆਉਣਾ।
ਕਾਲ ਬਿਆਲ ਜਿਉ ਪਰਿਓ ਡੋਲੇ ਮੁਖ ਪਸਾਰੇ ਮੀਤ। ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ। ਅੱਜ ਕੱਲ ਦੇ ਵਿੱਚ ਤੇਰੀ ਵਾਰੀ ਆਉਣ ਵਾਲੀ ਹੈ, ਇੱਥੇ ਬੈਠਾ ਨਹੀਂ ਰਹੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਰਾਜੰ ਤਾਂ ਮਾਨ, ਜਿੱਥੇ ਰਾਜ ਹੈ ਉੱਥੇ ਹੰਕਾਰ ਵੀ ਹੈ, ਉੱਥੇ ਹੰਕਾਰ ਵੀ ਹੈ। ਸਵਾਲ ਨਹੀਂ ਪੈਦਾ ਹੁੰਦਾ ਹੰਕਾਰ ਨਾ ਆਵੇ, ਛੋਟੀ ਜਿਹੀ ਪਦਵੀ ਦਾ ਹੀ ਹੰਕਾਰ ਆ ਜਾਂਦਾ। ਪਰ ਜਿੱਥੇ ਹੰਕਾਰ ਆ ਗਿਆ ਤਾਂ ਸਤਿਗੁਰੂ ਜੀ ਕਹਿੰਦੇ ਅਭਿਮਾਨ ਤਾਂ ਹੀਨ। ਜਿੱਥੇ ਅਭਿਮਾਨ ਹੰਕਾਰ ਆ ਗਿਆ ਉੱਥੇ ਨਰਾਦਰੀ ਬੇਇੱਜ਼ਤੀ ਵੀ ਲਾਜ਼ਮੀ ਹੋਏਗੀ। ਬੜੇ ਬੜੇ ਰਾਜੇ ਕਿੰਨੀ ਬੇਇੱਜ਼ਤੀ ਕਰਾ ਰਹੇ ਹਨ, ਕਿੰਨੀ ਬੇਇੱਜ਼ਤੀ ਹੋ ਜਾਂਦੀ ਹੈ ਇਹਨਾਂ ਦੀ। ਹਾਂ, ਇਹ ਲਹਿਦੀ ਗੱਲ ਹੈ, ਬੇਇੱਜ਼ਤੀ ਦੀ ਪਰਵਾਹ ਨਹੀਂ ਕਰਦੇ, ਬੇਇੱਜ਼ਤੀ ਦੀ ਪਰਵਾਹ ਨਹੀਂ ਕਰਦੇ। ਕਹਿੰਦੇ ਜਿੱਥੇ ਰਾਜ ਗੱਦੀ ਦਾ ਮਾਣ ਹੈ, ਜਿੱਥੇ ਰਾਜ ਗੱਦੀ ਦਾ ਹੰਕਾਰ ਹੈ, ਰਾਜਿਆਂ ਦਾ ਕੰਮ ਹੁੰਦਾ ਰਾਜੇ ਬਣ ਕੇ ਪਬਲਿਕ ਦਾ ਭਲਾ ਕਰਨਾ, ਪਬਲਿਕ ਦੀ ਸੇਵਾ ਕਰਨੀ, ਪ੍ਰਜਾ ਦੀ ਸੇਵਾ ਕਰਨੀ, ਸੰਗਤਾਂ ਦੀ ਸੇਵਾ ਕਰਨੀ, ਆਪਣੇ ਮਨ ਨੂੰ ਨੀਵਾਂ ਕਰਨਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਵੀ ਕੋਲ ਹੈ, ਰਾਜ ਗੱਦੀ ਵੀ ਕੋਲ ਹੈ, ਪਰ ਗੁਰੂ ਦੀ ਸ਼ਰਨ ਵਿੱਚ ਪੈ ਕੇ ਮਾਇਆ ਤੋਂ ਨਿਰਲੇਪ ਹੈ। ਕੋਈ ਹੰਕਾਰ ਨਹੀਂ ਹੈ, ਕੋਈ ਮਾਣ ਨਹੀਂ ਹੈ, ਪ੍ਰਭੂ ਦੀ ਯਾਦ ਵਿੱਚ ਜੁੜਿਆ ਹੋਇਆ। ਉਹ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ। ਗੁਰੂ ਦੇ ਸਿੱਖ ਸਾਰੀ ਸ੍ਰਿਸ਼ਟੀ ਦੇ ਰਾਜੇ ਹਨ। ਸਾਡਾ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰੀ ਸ੍ਰਿਸ਼ਟੀ ਦੇ ਬਾਦਸ਼ਾਹ ਹਨ, ਮਾਲਕ ਹਨ। ਕਿਉਂਕਿ ਬਿਲਕੁਲ ਵੀ ਹੰਕਾਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਅੱਖਰ ਵਿੱਚ ਕਿਤੇ ਵੀ ਤੁਹਾਨੂੰ ਹੰਕਾਰ ਦੀ ਗੱਲ ਨਹੀਂ ਮਿਲੇਗੀ, ਏਕਤਾ ਦੀ ਗੱਲ ਮਿਲੇਗੀ, ਪਿਆਰ ਦੀ ਗੱਲ ਮਿਲੇਗੀ। ਪਰ ਜਿਹੜੇ ਦੁਨੀਆ ਦੇ ਰਾਜੇ ਹਨ ਇਹਨਾਂ ਦੇ ਅੰਦਰ ਹੰਕਾਰ ਹੈ। ਸੁਚੇਤ ਕਰਦੇ ਹਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ। ਕਹਿੰਦੇ ਜਿੱਥੇ ਰਾਜ ਹੈ ਉੱਥੇ ਮਾਣ ਵੀ ਹੈ, ਭਾਵ ਹੰਕਾਰ ਵੀ ਜ਼ਰੂਰ ਆਏਗਾ। ਜਿੱਥੇ ਹੰਕਾਰ ਆ ਗਿਆ ਫਿਰ ਉੱਥੇ ਇੱਜ਼ਤ ਨਹੀਂ ਰਹੇਗੀ, ਉੱਥੇ ਨਰਾਦਰੀ ਵੀ ਜ਼ਰੂਰ ਹੈ, ਉੱਥੇ ਬੇਇੱਜ਼ਤੀ ਵੀ ਜ਼ਰੂਰ ਹੈ, ਉੱਥੇ ਸਤਿਕਾਰ ਨਹੀਂ ਹੋਏਗਾ, ਉੱਥੇ ਸਤਿਕਾਰ ਨਹੀਂ ਰਹੇਗਾ। ਕਿਤਨੇ ਦੁਨੀਆ ਦੇ ਵਿੱਚ ਰਾਜੇ ਹੋ ਕੇ ਚਲੇ ਗਏ, ਕਿਹੜਾ ਪੁੱਛਦਾ, ਕਿਹੜਾ ਪੁੱਛਦਾ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਸੀ ਸੰਗਤ ਵਿੱਚ ਕਿ ਦੱਸੋ ਗੁਰੂ ਦੇ ਸਿੱਖੋ, ਭਗਤ ਕਬੀਰ ਸਾਹਿਬ ਜੀ ਦੇ ਸਮੇਂ ਕਿਹੜਾ ਬਾਦਸ਼ਾਹ ਸੀ? ਕਿਸੇ ਦੇ ਵੀ ਯਾਦ ਨਹੀਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪ ਦੱਸਣਾ ਪਿਆ ਸੀ ਕਿ ਸਿਕੰਦਰ ਲੋਧੀ ਸੀ। ਦੇਖੋ ਕਿੱਥੇ ਇੱਕ ਗਰੀਬ ਜਲਾਹਾ, ਪ੍ਰਭੂ ਦੀ ਬੰਦਗੀ ਕਰਨ ਵਾਲਾ, ਪ੍ਰਭੂ ਦੀ ਬੰਦਗੀ ਕਰਨ ਵਾਲਾ, ਰੱਬ ਦੀ ਯਾਦ ਵਿੱਚ ਜੁੜਿਆ ਹੋਇਆ, ਬੇਅੰਤ ਗਰੀਬ, ਝੁੱਗੀ ਵਿੱਚ ਰਹਿਣ ਵਾਲਾ, ਸੰਸਾਰ ਵਿੱਚ ਕੋਈ ਇੱਜ਼ਤ ਨਹੀਂ ਹੈ ਉਹਦੀ। ਸੰਸਾਰ ਦੇ ਲੋਕ ਉਸ ਨੂੰ ਛੋਟਾ ਸਮਝਦੇ ਹਨ, ਨੀਵਾਂ ਸਮਝਦੇ ਹਨ। ਪਰ ਅੱਜ ਭਗਤ ਕਬੀਰ ਸਾਹਿਬ ਜੀ ਦੇ ਨਾਂ ਨੂੰ ਕੌਣ ਨਹੀਂ ਜਾਣਦਾ? ਸਭ ਪਾਸੇ ਕਬੀਰ ਕਬੀਰ ਹੋਈ ਪਈ ਹੈ। ਭਗਤ ਕਬੀਰ ਸਾਹਿਬ ਜੀ ਸਾਰੀ ਸ੍ਰਿਸ਼ਟੀ ਦੇ ਰਾਜੇ ਬਾਦਸ਼ਾਹ ਹਨ। ਉਹਨਾਂ ਦੇ ਨਾਮ ਨੂੰ ਹਰ ਕੋਈ ਜਾਣਦਾ, ਸਿਕੰਦਰ ਲੋਧੀ ਨੂੰ ਕੋਈ ਵੀ ਨਹੀਂ ਜਾਣਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝਾਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਹੇ ਗੁਰੂ ਦੇ ਸਿੱਖੋ, ਸਾਰੀ ਸ੍ਰਿਸ਼ਟੀ ਦੇ ਬਾਦਸ਼ਾਹ ਬਣੋ, ਉਸ ਰੱਬ ਨਾਲ ਪਿਆਰ ਪਾਓ, ਉਸ ਪ੍ਰਭੂ ਦੀ ਯਾਦ ਵਿੱਚ ਜੁੜੋ, ਉਹ ਮਹਾਨ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰੋ, ਨਾ ਡੋਲਣ ਵਾਲੀ। ਜਦੋਂ ਕਿਸੇ ਉੱਤੇ ਦੁੱਖ ਆਉਂਦਾ ਉਹ ਘਬਰਾ ਜਾਂਦਾ ਸੀ, ਇਸੇ ਨੂੰ ਡੋਲਣਾ ਸਮਝਦੇ। ਪਰ ਖੁਸ਼ੀ ਵਿੱਚ ਵੀ ਡੋਲਦਾ ਮਨੁੱਖ। ਜਦੋਂ ਖੁਸ਼ੀ ਹੋ ਗਈ, ਰਾਜ ਗੱਦੀ ਮਿਲ ਗਈ, ਕੋਈ ਕੁਰਸੀ ਮਿਲ ਗਈ ਜਾਂ ਧਨ ਮਿਲ ਗਿਆ, ਬੰਦਾ ਡੋਲ ਜਾਂਦਾ, ਹੰਕਾਰ ਵਿੱਚ ਆ ਜਾਂਦਾ। ਹੰਕਾਰ ਵਿੱਚ ਆਉਣਾ ਹੀ ਡੋਲਣਾ। ਉਹ ਮਨੁੱਖ ਇਸੇ ਨੂੰ ਇੱਜ਼ਤ ਸਮਝੀ ਬੈਠਾ। ਇੱਜ਼ਤ ਦੀ ਅਣਖ ਕੋਈ ਨਹੀਂ ਹੈ। ਦੁਨੀਆ ਦੇ ਲੋਕਾਂ ਨੇ ਹੰਕਾਰ ਦਾ ਨਾਂ ਹੀ ਇੱਜ਼ਤ ਰੱਖ ਦਿੱਤਾ, ਅਣਖ ਰੱਖ ਦਿੱਤਾ।
ये अणख इज्जत नहीं है, ये अणख इज्जत नहीं है। जितना ਵੱਧ ਤੇ ਵੱਧ ਵੱਡੇ ਤੇ ਵੱਡਾ ਹੰਕਾਰੀ ਹੋਏਗਾ ਉਸ ਨੂੰ ਵੱਡਾ ਤੇ ਵੱਡਾ ਇੱਜ਼ਤਵਾਨ ਅਣਖ ਵਾਲਾ ਸਮਝਿਆ ਜਾਂਦਾ ਜਗਤ ਵਿੱਚ। ਪਰ ਅਣਖ ਵਾਲਾ ਇੱਜ਼ਤ ਵਾਲਾ ਮਨੁੱਖ ਉਹ ਹੈ ਜਿਹੜਾ ਇੱਕ ਪ੍ਰਭੂ ਤੋਂ ਬਿਨਾਂ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਨੂੰ ਮੰਨਦਾ ਹੀ ਨਹੀਂ ਹੈ। ਪ੍ਰਭੂ ਦੇ ਅੱਗੇ ਹੀ ਹੱਥ ਜੋੜਦਾ, ਅਕਾਲ ਪੁਰਖ ਅੱਗੇ ਹੀ ਬੇਨਤੀ ਕਰਦਾ, ਉਸੇ ਤੋਂ ਬਿਨਾਂ ਕਿਸੇ ਨੂੰ ਜਾਣਦਾ ਹੀ ਨਹੀਂ ਹੈ। ਉਹ ਹੈ ਇੱਜ਼ਤਵਾਨ, ਉਹ ਹੈ ਅਣਖ ਵਾਲਾ। ਸੇ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵਾਨ। ਜੇ ਰਾਜਗੱਦੀ ਹੈ ਤਾਂ ਇਹਦਾ ਮਾਣ ਨਾ ਕਰ। ਜਿੱਥੇ ਮਾਣ ਆ ਗਿਆ, ਜਿੱਥੇ ਹੰਕਾਰ ਆ ਗਿਆ, ਉੱਥੇ ਯਾਦ ਰੱਖੀ ਨਾਲ ਨਰਾਦਰੀ ਵੀ ਹੈ, ਬੇਇੱਜ਼ਤੀ ਵੀ ਹੈ। ਰਾਜੰ ਤਾਂ ਮਾਨ ਅਭਿਮਾਨ ਤਾਂ ਹੀਨ ਪਰਵਿਰਤ ਮਾਰਗੰ ਵਰਤੰਤ ਬਨਾਸਨ। ਪਰਵਿਰਤ ਮਾਰਗੰ ਇਹ ਸੰਸਾਰ ਵਾਲਾ ਰਸਤਾ, ਸੰਸਾਰ ਵਾਲਾ ਰਸਤਾ। ਜਿਹੜੇ ਕੇਵਲ ਸੰਸਾਰ ਵਾਲੇ ਰਸਤੇ ਤੇ ਹੀ ਚੱਲੇ ਹੋਏ ਆ। ਸੰਸਾਰ ਵਾਲਾ ਰਸਤਾ ਕਿਹੜਾ? ਖਾਣਾ ਪੀਣਾ, ਬਸ ਸੰਸਾਰਕ ਪਦਾਰਥਾਂ ਦੇ ਸੁੱਖਾਂ ਦੇ ਵਿੱਚ ਹੀ ਖਚਤ ਰਹਿਣਾ। ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਆਤਮਿਕ ਆਨੰਦ ਪ੍ਰਾਪਤ ਨਾ ਕਰਨਾ। ਗੁਰੂ ਦੀ ਸੰਗਤ ਹੀ ਨਹੀਂ ਕਰਨੀ, ਗੁਰੂ ਦੇ ਸ਼ਬਦ ਨਾਲ ਜੁੜਨਾ ਹੀ ਨਹੀਂ ਹੈ। ਸਾਡੇ ਕੋਲ ਦੋ ਜੀਵਨ ਹਨ, ਇੱਕ ਤਾਂ ਸਰੀਰਕ ਜੀਵਨ, ਇੱਕ ਆਤਮਿਕ ਜੀਵਨ। ਆਤਮਿਕ ਜੀਵਨ ਦੀ ਸਾਨੂੰ ਸੋਝੀ ਹੋ ਨਹੀਂ। ਸਰੀਰਕ ਜੀਵਨ ਅਸੀਂ ਬਥੇਰਾ ਚੰਗਾ ਬਣਾਇਆ ਹੋਇਆ, ਸੋਹਣਾ ਬਣਾਇਆ ਹੋਇਆ, ਕੋਠੀਆਂ 'ਚ ਰਹਿ ਰਹੇ। ਸਰੀਰ ਤਾਂ ਕੋਠੀਆਂ 'ਚ, ਆਤਮਾ ਰੁਲਦੀ ਫਿਰਦੀ ਹੈ ਵਿਚਾਰੀ। ਆਤਮਾ ਲਈ ਤਾਂ ਫਿਰ ਅਖੀਰ ਨੂੰ ਹੀ ਦੂਜੇ ਹੀ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼। ਬਿਲਕੁਲ ਨਹੀਂ ਮਿਲਣਾ ਨਿਵਾਸ। ਜੇ ਨਿਵਾਸ ਚਾਹੁੰਦੇ ਹੋ ਤਾਂ ਜਿਉਂਦੇ ਜੀ, ਜਿੰਨਾ ਚਿਰ ਸਰੀਰ ਹੈ ਆਪਣੇ ਸਰੀਰ ਨੂੰ ਸੰਗਤ ਵਿੱਚ ਰੱਖੋ। ਗੁਰਮੁਖ ਪਿਆਰਿਓ, ਜਿਉਂਦੇ ਹੀ ਨਿਵਾਸ ਲਓ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਮਿਲਣਾ ਜਿਉਂਦਿਆਂ ਨੂੰ, ਇਹ ਸਰੀਰ ਦੇ ਹੁੰਦੇ ਹੋਏ। ਮਰਨ ਤੋਂ ਬਾਅਦ ਦੂਜੇ ਹੀ ਅਰਦਾਸ ਕਰਦੇ। ਸਾਰੀ ਜ਼ਿੰਦਗੀ ਗੁਰੂ ਦੀ ਸੰਗਤ ਵਿੱਚ ਨਹੀਂ ਆਇਆ, ਹੁਣ ਇਸ ਨੂੰ ਚਰਨਾਂ ਵਿੱਚ ਨਿਵਾਸ ਬਖਸ਼ ਦਿਓ ਮਹਾਰਾਜ। ਬਿਲਕੁਲ ਨਹੀਂ ਮਿਲਦਾ। ਇਸ ਕਰਕੇ ਆਹ ਜਿਹੜਾ ਮਨੁੱਖਾ ਜੀਵਨ ਮਿਲਿਆ ਹੈ, ਇਹ ਮਿਲਿਆ ਹੀ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਨ ਵਾਸਤੇ ਮਿਲਿਆ ਹੈ। ਨਹੀਂ ਤਾਂ ਕਹਿੰਦੇ ਪਰਵਿਰਤ ਮਾਰਗ ਵਰਤੰਤ। ਸੰਸਾਰਕ ਜੀਵਨ ਜਿੰਨਾ ਮਰਜੀ ਵਧੀਆ ਤੇ ਵਧੀਆ ਬਣਾ ਲਓ, ਇਸਨੇ ਨਸ਼ਟ ਹੋ ਜਾਣਾ। ਕੋਠੀਆਂ ਵਿੱਚ ਸਦਾ ਬੈਠੇ ਨਹੀਂ ਰਹਿਣਾ, ਗੁਰੂ ਦੀ ਸੰਗਤ ਵਿੱਚ ਆ ਜਾਇਆ ਕਰੋ। ਜੇ ਕਿਸੇ ਨੂੰ ਕਹੇ ਵੀ ਗੁਰੂ ਦੀ ਸੰਗਤ ਵਿੱਚ ਨਹੀਂ ਆ ਜਾਇਆ ਕਰ, ਗੁਰੂ ਦੀ ਸੰਗਤ ਵਿੱਚ ਆ ਜਾਇਆ ਕਰ, ਪਤਾ ਕੀ ਕਹਿੰਦਾ? ਕੀ ਕਰੀਏ, ਘਰ ਤੋਂ ਨਿਕਲੇ ਨਹੀਂ ਹੁੰਦਾ। ਪਰ ਗੁਰਮੁਖ ਪਿਆਰਿਓ, ਜਿਸ ਦਿਨ ਘਰ ਚੋਂ ਨਿਕਲਣਾ, ਮੁੜ ਕੇ ਘਰ ਦੇਖਣਾ ਵੀ ਨਸੀਬ ਨਹੀਂ ਮਿਲਣਾ। ਜਿਨ੍ਹਾਂ ਬੱਚਿਆਂ ਦੇ ਵਿੱਚੋਂ, ਪਰਿਵਾਰ ਵਿੱਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ, ਮੁੜ ਕੇ ਪਰਿਵਾਰ ਦੇਖਣਾ ਵੀ ਨਸੀਬ ਨਹੀਂ ਹੋਣਾ। ਇਸ ਕਰਕੇ ਸਾਂਝ ਸਵੇਰ ਜ਼ਰੂਰ ਘਰ ਚੋਂ ਨਿਕਲਿਆ ਕਰੋ, ਗੁਰੂ ਦੀ ਸੰਗਤ ਵਿੱਚ ਆਇਆ ਕਰੋ। ਗੁਰੂ ਦੀ ਸੰਗਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ, ਇਹੀ ਸਾਡਾ ਅਸਲ ਘਰ ਹੈ। ਅਖੀਰ ਨੂੰ ਇੱਥੇ ਅਰਦਾਸ ਹੁੰਦੀ ਹੈ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਇਸ ਕਰਕੇ ਸਤਿਗੁਰੂ ਜੀ ਸੁਚੇਤ ਕਰਦੇ ਹਨ, ਪਰਵਿਰਤ ਮਾਰਗ ਵਰਤੰਤ ਬਨਾਸਨ। ਇਹ ਸੰਸਾਰ ਵਾਲੇ ਰਸਤੇ ਤੇ ਚੱਲਦੇ ਹੋਏ ਜਿਤਨੇ ਵੀ ਦੁੱਖ ਸੁੱਖ ਆਉਂਦੇ ਹਨ, ਜਿਤਨੀਆਂ ਵੀ ਚੀਜ਼ਾਂ ਮਿਲਦੀਆਂ ਹਨ, ਮਾਣ ਸਤਿਕਾਰ ਇੱਜ਼ਤ ਬੇਇੱਜ਼ਤੀ ਸਭ ਕੁਝ ਬਦਲਣ ਵਾਲਾ। ਸੰਸਾਰ ਦੇ ਰਸਤੇ ਚੱਲਦੇ ਹੋਏ ਜੋ ਕੁਝ ਵੀ ਸਾਨੂੰ ਮਿਲਦਾ, ਪਰ ਗੋਬਿੰਦ ਭਜਨ ਸਾਧ ਸੰਗੇਨ। ਪਰ ਜੋ ਮਨੁੱਖ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਉਸ ਗੋਬਿੰਦ ਦਾ ਭਜਨ ਕਰਦਾ ਹੈ, ਗੋਬਿੰਦ ਭਜਨ ਸਾਧ ਸੰਗੇਨ ਅਸਥਿਰੰ। ਸਾਧ ਸੰਗਤ ਵਿੱਚ ਮਿਲ ਕਰਕੇ ਇੱਕ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ, ਸਦਾ ਕਾਇਮ ਰਹਿਣ ਵਾਲੀ ਆਤਮਿਕ ਅਡੋਲਤਾ ਪ੍ਰਾਪਤ ਹੁੰਦੀ ਹੈ। ਗੋਬਿੰਦ ਭਜਨ ਸਾਧ ਸੰਗੇਨ
ਅਸਥਰੰ ਨਾਨਕ ਭਗਵੰਤ ਭਜਨ ਆਸਨੁ। ਹੇ ਨਾਨਕ, ਆਪਣੀ ਆਤਮਾ ਨੂੰ ਵੀ ਸਾਧ ਸੰਗਤ ਵਿੱਚ ਮਿਲ ਕਰਕੇ ਨਾਮ ਦਾ ਭੋਜਨ ਦਿਆ ਕਰ। ਸਾਧ ਸੰਗਤ ਵਿੱਚ ਮਿਲ ਕਰਕੇ ਸਿਮਰਨ ਦਾ ਭੋਜਨ ਦਿਆ ਕਰ। ਇਹ ਸਰੀਰ ਦਾ ਭੋਜਨ ਤਾਂ ਸਾਨੂੰ ਸਾਰਿਆਂ ਨੂੰ ਪਤਾ, ਕਿੰਨਾ ਕੁਝ ਖਾਂਦੇ ਆਪਾਂ, ਖੱਟੇ ਮਿੱਠੇ ਕਿਤਨੇ ਸਵਾਦ ਲਈ ਪਦਾਰਥ ਖਾਂਦੇ ਹਾਂ, ਪਰ ਆਤਮਾ ਭੁੱਖੀ ਹੈ। ਆਤਮਾ ਵੱਲ ਸਾਡਾ ਕੋਈ ਵੀ ਧਿਆਨ ਨਹੀਂ ਹੈ। ਆਤਮਾ ਨੂੰ ਵੀ ਭੋਜਨ ਦਿਓ। ਜੇ ਸਰੀਰ ਭੋਜਨ ਮੰਗਦਾ, ਆਤਮਾ ਵੀ ਮੰਗਦੀ, ਸਾਡਾ ਆਤਮਾ ਵੱਲ ਕੋਈ ਧਿਆਨ ਨਹੀਂ। ਅਸੀਂ ਸਰੀਰ ਦੇ ਲਈ ਟਿਕਾਣੇ ਬਣਾਏ ਹੋਏ, ਵਧੀਆ ਤੇ ਵਧੀਆ ਮਹਿਲਾਂ 'ਚ ਰਹਿ ਰਹੇ ਹਾਂ, ਪਰ ਆਤਮਾ ਲਈ ਆਪਾਂ ਜੇ ਗੁਰੂ ਦੀ ਸੰਗਤ ਵਿੱਚ ਆ ਕੇ ਘਰ ਬਾਰੇ ਵੀ ਬੇਨਤੀਆਂ ਕਰਦੇ, ਸੱਚੇ ਪਾਤਸ਼ਾਹ ਸਾਨੂੰ ਵਧੀਆ ਕੋਠੀ ਦੇ, ਮਿਲ ਵੀ ਜਾਂਦੀ, ਫਿਰ ਕੋਠੀ ਵਿੱਚ ਕਿਹੜਾ ਸਦਾ ਰਹਿਣਾ ਮਿਲਦਾ। ਆਪਣੀ ਆਤਮਾ ਲਈ ਵੀ ਬੇਨਤੀ ਕਰਿਆ ਕਰੋ, ਸਤਿਗੁਰੂ ਜੀ ਸਾਨੂੰ ਸਾਡੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਜੋੜ, ਸਾਡੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼। ਇਹ ਬੇਨਤੀ ਵੀ ਕਰਨੀ ਚਾਹੀਦੀ। ਆਤਮਾ ਵੀ ਮੰਗਦੀ ਹੈ, ਆਤਮਾ ਲਈ ਵੀ ਟਿਕਾਣਾ ਮੰਗਿਆ ਕਰੋ। ਆਤਮਾ ਦਾ ਟਿਕਾਣਾ ਹੈ ਗੁਰੂ ਦੇ ਚਰਨਾਂ ਵਿੱਚ, ਗੁਰੂ ਦੇ ਚਰਨਾਂ ਨਾਲ ਜੁੜਨ ਵਾਸਤੇ ਵੀ ਬੇਨਤੀ ਕਰਿਆ ਕਰੋ। ਇਸ ਕਰਕੇ ਜਦੋਂ ਮਨੁੱਖ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਰੋਜ਼ ਕਮਾਈ ਕਰਦਾ, ਗੁਰੂ ਦੇ ਸ਼ਬਦ ਨਾਲ ਜੁੜ ਕੇ ਰੋਜ਼ ਗੁਰੂ ਦੇ ਸ਼ਬਦ ਨੂੰ ਵਿਚਾਰਦਾ, ਤਾਂ ਉਹਦੀ ਆਤਮਾ ਨੂੰ ਮਹਾਨ ਸੁੱਖ ਪ੍ਰਾਪਤ ਹੁੰਦਾ, ਆਤਮਿਕ ਅਡੋਲਤਾ ਪ੍ਰਾਪਤ ਹੁੰਦੀ ਹੈ। ਉੱਥੇ ਨਾ ਦੁੱਖ ਹੈ ਨਾ ਸੁੱਖ ਹੈ, ਉੱਥੇ ਹਮੇਸ਼ਾ ਚੜ੍ਹਦੀ ਕਲਾ ਹੈ, ਹਮੇਸ਼ਾ ਹੀ ਚੜ੍ਹਦੀ ਕਲਾ। ਨਹੀਂ ਤਾਂ सतगुरु जी कहते माटी का पुतरा कैसी नचत है, देखे देखे सुने बोले दौड़ियो फिरत है। जब किछ पावत तब गर्व करता है, माया गई तब रोवन लगता है। ਜਦੋਂ ਕੁਛ ਮਿਲ ਗਿਆ ਫਿਰ ਖੁਸ਼ ਹੋ ਜਾਂਦਾ, ਜਦੋਂ ਹੱਥੋਂ ਚਲੇ ਗਿਆ ਫਿਰ ਹੁੰਦਾ ਪਿੱਟਦਾ। ਇਸ ਕਰਕੇ ਗੁਰਮੁਖ ਪਿਆਰਿਓ, ਜੋ ਕੁਝ ਵੀ ਸਾਨੂੰ ਮਿਲਿਆ ਇਹ ਨਾਸ ਹੋਣ ਵਾਲਾ, ਪਰ ਜੋ ਮਨੁੱਖ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲੈਂਦਾ, ਉਹਦੀ ਐਸੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ, ਉਹ ਡੋਲਦਾ ਨਹੀਂ। ਜਿੰਨੇ ਮਰਜ਼ੀ ਕਰੋਨੇ ਆਉਣ, ਜਿੰਨੀਆਂ ਮਰਜ਼ੀ ਬਿਮਾਰੀਆਂ ਆਉਣ, ਦੁੱਖ ਆਉਣ, ਆਪਣੇ ਗੁਰੂ ਨੂੰ ਯਾਦ ਕਰ ਲਿਆ ਕਰੋ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਜਿਤਨੀਆਂ ਸਾਰੀ ਜ਼ਿੰਦਗੀ ਆਫਤਾਂ ਮੁਸੀਬਤਾਂ, ਕਿਤਨੇ ਦੁੱਖ, ਪਰਵਾਹ ਨਹੀਂ ਕਰੀ। ਡੋਲੇ ਮਹਾਰਾਜ? ਬਿਲਕੁਲ ਨਹੀਂ ਡੋਲੇ। ਕਿਉਂ ਨਹੀਂ ਡੋਲੇ? ਕਿਉਂਕਿ ਆਤਮਾ ਪਰਮਾਤਮਾ ਵਿੱਚ ਲੀਨ ਹੈ। ਕੋਈ ਡੋਲੇ ਨਾ ਡੋਲੇ, ਪਰ ਜਿਹੜਾ ਗੁਰੂ ਦਾ ਸਿੱਖ ਹੈ ਉਸਨੂੰ ਤਾਂ ਆਪਣੇ ਗੁਰੂ ਬਾਰੇ ਪਤਾ ਹੋਣਾ ਚਾਹੀਦਾ, ਸਾਡਾ ਗੁਰੂ ਕਿਤਨਾ ਮਹਾਨ ਹੈ। ਬਿਲਕੁਲ ਨਹੀਂ ਡੋਲਿਆ। ਕਿਤਨੀਆਂ ਮੁਸੀਬਤਾਂ, ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਲੰਮਾ ਸਮਾਂ, ਕਿੰਨੇ ਮਹੀਨੇ ਘੇਰਾ ਪਿਆ ਰਿਹਾ, ਤਾਂ ਨਹੀਂ ਡੋਲੇ। ਦੁੱਖਾਂ ਨਾਲ, ਭੁੱਖਾਂ ਨਾਲ ਕਿੰਨਾ ਵਾਹ ਪਿਆ, ਕੁਛ ਵੀ ਨਹੀਂ ਰਿਹਾ ਹੱਥ ਵਿੱਚੋਂ, ਸਭ ਕੁਛ ਚਲੇ ਗਿਆ, ਤਾਂ ਨਹੀਂ ਡੋਲੇ। ਐਸੀ ਅਵਸਥਾ ਗੁਰੂ ਆਪਣੇ ਸਿੱਖਾਂ ਦੀ ਬਣਾਉਂਦਾ। ਕਿਹਨਾਂ ਦੀ? ਜਿਹੜੇ ਗੁਰੂ ਦੀ ਸੰਗਤ ਕਰਦੇ ਹਨ, ਗੁਰੂ ਦੇ ਸ਼ਬਦ ਨਾਲ ਜੁੜਦੇ ਹਨ। ਇਸ ਕਰਕੇ ਗੁਰਮੁਖ ਪਿਆਰਿਓ, ਗੁਰੂ ਦੀ ਸੰਗਤ ਨਾਲ ਜੁੜੋ, ਗੁਰੂ ਦੇ ਸ਼ਬਦ ਨਾਲ ਜੁੜ ਕੇ ਐਸੀ ਮਹਾਨ ਉੱਚੀ ਆਤਮਿਕ ਅਵਸਥਾ ਬਣਾਓ। ਉਹ ਆਤਮਿਕ ਅਵਸਥਾ ਜਿਸ ਦੀ ਬਣ ਗਈ, ਜਿਵੇਂ ਸਤਿਗੁਰੂ ਜੀ ਕਹਿੰਦੇ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ ਆਤਮਿਕ ਅਡੋਲਤਾ ਤਾਂ ਪ੍ਰਾਪਤ ਨਹੀਂ ਕੀਤੀ। ਬਾਣੀ ਬਥੇਰੀ ਪੜ੍ਹਦਾ, ਗੁਰਦੁਆਰੇ ਵੀ ਰੋਜ਼ ਜਾਂਦਾ, ਪਰ ਸਿੱਖਦਾ ਤਾਂ ਕੁਝ ਨਹੀਂ ਨਾ ਹੈ। ਗੁਰੂ ਦੀ ਗੱਲ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਬਾਣੀ ਨੂੰ ਵਿਚਾਰਦਾ ਨਹੀਂ ਹੈ। ਜਿੰਨਾ ਚਿਰ ਨਹੀਂ ਵਿਚਾਰੇਗਾ ਉਨਾ ਚਿਰ ਤੇਰੀ ਆਤਮਿਕ ਅਵਸਥਾ ਉੱਚੀ ਨਹੀਂ ਬਣ ਸਕਦੀ। ਇਸ ਕਰਕੇ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਗੁਰੂ ਦੇ ਸ਼ਬਦ ਨੂੰ ਸਮਝਣਾ ਹੁੰਦਾ, ਗੁਰੂ ਦੇ ਸ਼ਬਦ ਨੂੰ ਵਿਚਾਰਨਾ ਹੁੰਦਾ। ਗੁਰੂ ਸਾਡੇ ਲਈ ਕੀ ਕਹਿ ਰਿਹਾ, ਕਿੱਥੇ ਬਿਠਾਲ ਰਿਹਾ, ਕਿੱਥੇ ਖੜਨ ਨੂੰ ਕਹਿ ਰਿਹਾ, ਕਿੱਥੇ ਬੈਠਣ ਨੂੰ ਕਹਿ ਰਿਹਾ, ਕਿੱਥੋਂ ਰੋਕ ਰਿਹਾ, ਮੈਂ ਕੀ ਕਰਦਾ,
ਗੁਰੂ ਕੀ ਕਰਨ ਨੂੰ ਕਹਿ ਰਿਹਾ, ਇਹ ਗੱਲਾਂ ਵਿਚਾਰਨੀਆਂ ਹੁੰਦੀਆਂ। ਤਾਂ ਉੱਚੀ ਆਤਮਿਕ ਅਵਸਥਾ ਬਣ ਜਾਂਦੀ। ਜਦੋਂ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ, ਫਿਰ ਉਹ ਕੈਸੀ ਅਵਸਥਾ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣਿਆਈ। ਉਹਦੀ ਸਾਰਿਆਂ ਨਾਲ ਬਣਦੀ ਹੁੰਦੀ ਹੈ, ਉਹਦਾ ਕੋਈ ਦੁਸ਼ਮਣ ਨਹੀਂ ਹੁੰਦਾ, ਨਾ ਉਹ ਕਿਸੇ ਦਾ ਦੁਸ਼ਮਣ ਬਣਦਾ ਹੈ। ਭਾਵੇਂ ਉਹ ਮਾੜਾ ਵੀ ਕਹੇ, ਕੁਛ ਵੀ ਕਹੇ, ਉਹਦਾ ਵੀ ਦੁਸ਼ਮਣ ਨਹੀਂ ਬਣਦਾ, ਉਹ ਸਭ ਦਾ ਭਲਾ ਮੰਗਦਾ। ਸਾਡੀ ਤਾਂ ਅਰਦਾਸ ਹੀ ਇੱਥੇ ਸਮਾਪਤ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।